ਸਾਰਿਆਂ ਨੂੰ ਸ਼ੁਭਕਾਮਨਾਵਾਂ। ਅੱਜ ਦੀ ਵੀਡੀਓ ਵਿੱਚ ਤੁਸੀਂ ਇੱਕ 4 ਬਿਟ SIPO ਸੀਰੀਅਲ ਇਨਪੁਟ ਪੈਰਲਲ ਆਉਟਪੁੱਟ ਰਜਿਸਟਰ ਬਣਾਉਣਾ ਅਤੇ ਟੈਸਟ ਕਰਨਾ ਸਿੱਖੋਗੇ। ਇਸ ਵੀਡੀਓ ਦੇ ਅੰਤ ਵਿੱਚ ਤੁਸੀਂ IC74LS S95 ਦੀ ਵਰਤੋਂ ਕਰਕੇ ਇੱਕ 4 ਬਿਟ SIPO ਸੀਰੀਅਲ ਇਨਪੁਟ ਅਤੇ ਪੈਰਲਲ ਆਉਟਪੁੱਟ ਰਜਿਸਟਰ ਬਣਾਉਣ ਅਤੇ ਟੈਸਟ ਕਰਨ ਦੇ ਯੋਗ ਹੋਵੋਗੇ। ਆਓ ਇਸ ਪ੍ਰੈਕਟੀਕਲ ਨੂੰ ਕਰਨ ਲਈ ਲੋੜੀਂਦੇ ਸਾਰੇ ਉਪਕਰਨ ਅਤੇ ਸਮੱਗਰੀ ਨੂੰ ਇਕੱਠਾ ਕਰੀਏ। ਡਿਜੀਟਲ ਟ੍ਰੇਨਰ ਕਿਟ ਮੈਨੂਅਲ ਨਾਲ IC74LS95 ਡੇਟਾ ਸ਼ੀਟ ਨਾਲ ਮੇਲ ਟੂ ਮੇਲ ਜੰਪਰ ਵਾਇਰ ਮੈਗਨੀਫਾਇੰਗ ਲੈਂਸ। ਆਓ ਸ਼ਿਫਟ ਰਜਿਸਟਰਾਂ ਵਿੱਚ SIPO ਸੀਰੀਅਲ ਇਨਪੁਟ ਅਤੇ ਪੈਰਲਲ ਆਉਟਪੁੱਟ ਬਾਰੇ ਚਰਚਾ ਕਰੀਏ। SIPO ਦਾ ਅਰਥ ਹੈ ਸੀਰੀਅਲ ਇਨ ਪੈਰਲਲ ਆਊਟ ਅਤੇ ਇਹ ਡਿਜੀਟਲ ਇਲੈਕਟ੍ਰੋਨਿਕ ਵਿੱਚ ਇੱਕ ਕਿਸਮ ਦੇ ਸ਼ਿਫਟ ਰਜਿਸਟਰ ਨੂੰ ਦਰਸਾਉਂਦਾ ਹੈ। SIPO ਸ਼ਿਫਟ ਰਜਿਸਟਰ ਵਿੱਚ ਡੇਟਾ ਨੂੰ ਕ੍ਰਮਵਾਰ ਇਨਪੁੱਟ ਕੀਤਾ ਜਾਂਦਾ ਹੈ। ਇੱਕ ਸਮੇਂ ਵਿੱਚ ਇੱਕ ਬਿਟ ਅਤੇ ਫਿਰ ਪੈਰਲਲ ਸ਼ਿਫਟ ਕੀਤਾ ਜਾਂਦਾ ਹੈ। ਸਾਰੇ ਬਿਟ ਇੱਕੋ ਹੀ ਸਮੇਂ। ਸੀਰੀਅਲ ਇਨ ਇਹ ਦਰਸਾਉਂਦਾ ਹੈ ਕਿ ਡੇਟਾ ਨੂੰ ਇੱਕ ਕਰਕੇ ਕ੍ਰਮਵਾਰ ਐਂਟਰ ਕੀਤਾ ਗਿਆ ਹੈ। ਹਰੇਕ ਬਿਟ ਨੂੰ ਕ੍ਰਮਵਾਰ ਖਾਸ ਤੌਰ ਤੇ ਹਰੇਕ ਕਲੌਕ ਪਲਸ ਤੇ ਐਂਟਰ ਕੀਤਾ ਜਾਂਦਾ ਹੈ। ਪੈਰਲਲ ਆਊਟ ਇਹ ਦਰਸਾਉਂਦਾ ਹੈ ਕਿ ਅਨੇਕਾਂ ਆਉਟਪੁੱਟਸ ਤੇ ਡੇਟਾ ਪੈਰਲਲ ਰੂਪ ਵਿੱਚ ਇੱਕੋ ਸਮੇਂ ਉਪਲਬਧ ਹੈ। ਸੀਰੀਅਲ ਡੇਟਾ ਉਦਾਹਰਨ ਵਜੋਂ ਬਾਈਨਰੀ ਕ੍ਰਮ 1010 ਸੀਰੀਅਲ ਇਨ ਇਨਪੁੱਟ ਤੇ ਅਪਲਾਈ ਕੀਤਾ ਜਾਂਦਾ ਹੈ। ਹਰੇਕ ਕਲੌਕ ਪਲਸ ਤੇ ਸੀਰੀਅਲ ਡੇਟਾ ਨੂੰ ਫਰਸਟ ਫਲਿਪ ਫਲੌਪ D0 ਫਿਰ ਦੂਜੇ D1 ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਅਤੇ ਇਹ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ। 4 ਕਲੌਕ ਪਲਸ ਤੋਂ ਬਾਅਦ ਪੂਰੇ ਸੀਰੀਅਲ ਡੇਟਾ 1010 ਨੂੰ ਸ਼ਿਫਟ ਰਜਿਸਟਰ ਵਿੱਚ ਲੋਡ ਕੀਤਾ ਜਾਂਦਾ ਹੈ। ਪੈਰਲਲ ਆਉਟਪੁੱਟ Q0, Q1, Q2, Q3 ਸ਼ਿਫਟ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਇਹ ਹਰੇਕ ਫਲਿਪ ਫਲੌਪ ਦੀ ਸਥਿਤੀ ਨੂੰ ਦਰਸਾਉਂਦੇ ਹਨ। ਇਸ ਉਦਾਹਰਨ ਵਿੱਚ ਕਲੌਕ ਪਲਸ ਸੀਰੀਅਲ ਡੇਟਾ ਦੀ ਸ਼ਿਫਟਿੰਗ ਨੂੰ ਟ੍ਰਿਗਰ ਕਰਦੀਆਂ ਹਨ ਅਤੇ 4 ਕਲੌਕ ਪਲਸ ਤੋਂ ਬਾਅਦ ਪੈਰਲਲ ਆਉਟਪੁੱਟ ਬਾਈਨਰੀ ਸੀਕੁਐਂਸ 1010 ਨੂੰ ਦਰਸਾਉਂਦੀ ਹੈ। ਹਰੇਕ ਫਲਿਪ ਫਲੌਪ ਸੀਰੀਅਲ ਡੇਟਾ ਦਾ ਇੱਕ ਬਿਟ ਸਟੋਰ ਕਰਦਾ ਹੈ। ਆਓ ਉਪਲਬਧ 14 ਪਿਨ ਡੂਅਲ ਇਨਲਾਈਨ ਪੈਕੇਜ IC74LS95 ਬਾਰੇ ਚਰਚਾ ਕਰੀਏ। IC74LS95 ਪੈਰਲਲ ਲੋਡ ਸਮਰੱਥਾ ਵਾਲਾ 4 ਬਿਟ ਪੈਰਲਲ ਐਕਸੈਸ ਸ਼ਿਫਟ ਰਜਿਸਟਰ ਹੈ। IC74LS95 ਦੇ ਪਿਨ 7 ਅਤੇ 14 ਗਰਾਊਂਡ ਨੈਗੇਟਿਵ ਅਤੇ ਪੋਜ਼ਿਟਿਵ 5 ਨੈਗੇਟਿਵ ਵੋਲਟ ਪਾਵਰ ਸਪਲਾਈ ਲਈ ਅਲਾਟ ਕੀਤੇ ਜਾਂਦੇ ਹਨ। ਪਿਨ ਇੱਕ ਸੀਰੀਅਲ ਡੇਟਾ ਇਨਪੁੱਟ ਹੈ। ਪਿਨ 2, 3, 4 ਅਤੇ 5 ਕ੍ਰਮਵਾਰ 4 ਬਿਟ ਪੈਰਲਲ ਇਨਪੁੱਟਸ A, B, C ਅਤੇ D ਹਨ। ਪਿਨ 13, 12, 11 ਅਤੇ 10 ਕ੍ਰਮਵਾਰ 4 ਬਿਟ ਪੈਰਲਲ ਆਉਟਪੁੱਟ QA, QB, QC ਅਤੇ QD ਹਨ। ਪਿਨ 6 ਮੋਡ ਸਿਲੈਕਟਰ ਹੈ। ਲੌਜਿਕ ਇਨਪੁੱਟ ਦੇ ਮੋਡ ਕੰਟਰੋਲ ਇਨਪੁੱਟ ਨਾਲ A = B = C = 0 ਦਾ ਨਤੀਜਾ QA, QB, QC ਅਤੇ QD 0000 ਦੇ ਬਰਾਬਰ ਹੁੰਦਾ ਹੈ। ਪਿਨ 8 ਅਤੇ 9 ਕ੍ਰਮਵਾਰ ਖੱਬੇ ਅਤੇ ਸੱਜੇ ਸ਼ਿਫਟ ਲਈ ਹਨ। 4 ਬਿਟ ਸੀਰੀਅਲ ਇਨ ਪੈਰਲਲ ਆਊਟ ਦਾ ਨਿਰਮਾਣ ਅਤੇ ਜਾਂਚ। ਸਾਰੇ ਕੰਪੋਨੈਂਟਸ ਨੂੰ ਇਕੱਠਾ ਕਰੋ, ਉਹਨਾਂ ਦੀ ਜਾਂਚ ਕਰੋ ਅਤੇ ਸਰਕਟ ਨੂੰ ਸੀਰੀਅਲ ਇਨ ਪੈਰਲਲ ਆਊਟ SIPO ਸ਼ਿਫਟ ਰਜਿਸਟਰ ਦੇ ਰੂਪ ਵਿੱਚ ਤਿਆਰ ਕਰੋ। ਇੱਕ ਮੈਗਨੀਫਾਇੰਗ ਲੈਂਸ ਦੀ ਵਰਤੋਂ ਕਰਕੇ IC ਦੇ ਮੌਜੂਦ IC74LS95 ਦੀ ਪਛਾਣ ਕਰੋ। IC ਦੇ ਪਿਨ ਨੰਬਰ 1 ਦੀ ਪਛਾਣ ਕਰੋ ਅਤੇ ਇਹ ਸਹੀ ਸਥਿਤੀ ਵਿੱਚ ਲਗਾਓ।
ਡਿਜੀਟਲ ਟ੍ਰੇਨਰ ਕਿੱਟ ਵਿੱਚ IC ਦੇ ਪਿਨ ਦੀ ਦੋਨਾਂ ਲਾਈਨਾਂ ਨੂੰ ਬ੍ਰੈਡਬੋਰਡ ਵਿੱਚ ਆਰਾਮ ਨਾਲ ਪਾਓ। ਪਿਨ 7 ਨੂੰ ਗਰਾਊਂਡ ਅਤੇ ਜੰਪਰ ਵਾਇਰਸ ਦੀ ਵਰਤੋਂ ਕਰਕੇ ਪਿਨ 14 ਤੋਂ +5 ਵੋਲਟ ਸਪਲਾਈ ਨਾਲ ਕਨੈਕਟ ਕਰੋ। ਡਿਜੀਟਲ ਟ੍ਰੇਨਰ ਕਿੱਟ ਵਿੱਚ ਪਿਨ ਨੰਬਰ 9 ਨੂੰ ਕਲੌਕ ਇਨਪੁਟ ਨਾਲ ਕਨੈਕਟ ਕਰੋ। ਡਿਜੀਟਲ ਟ੍ਰੇਨਰ ਕਿੱਟ ਵਿੱਚ ਆਉਟਪੁੱਟ LED ਦੀ QA, QB, QC, QD ਦੇ ਰੂਪ ਵਿੱਚ ਪਛਾਣ ਕਰੋ। ਟ੍ਰੇਨਰ ਕਿੱਟ ਵਿੱਚ ਪਿਨ 13 ਨੂੰ ਆਉਟਪੁੱਟ LED QA ਨਾਲ ਕਨੈਕਟ ਕਰੋ। ਪਿਨ 12 ਨੂੰ LED QB ਨਾਲ ਕਨੈਕਟ ਕਰੋ। ਪਿਨ 11 ਨੂੰ ਆਉਟਪੁੱਟ LED QC ਨਾਲ ਕਨੈਕਟ ਕਰੋ। ਪਿਨ 10 ਨੂੰ ਆਉਟਪੁੱਟ LED QD ਨਾਲ ਕਨੈਕਟ ਕਰੋ। ਮੋਡ ਸਿਲੈਕਟਰ ਪਿਨ 6 ਨੂੰ ਡਿਜੀਟਲ ਟ੍ਰੇਨਰ ਕਿੱਟ ਤੇ ਇਨਪੁੱਟ ਟੌਗਲ ਸਵਿਚ ਨਾਲ ਕਨੈਕਟ ਕਰੋ। ਪਿਨ 2, 3, 4 ਅਤੇ 5 ਨੂੰ ਕ੍ਰਮਵਾਰ ਟੌਗਲ ਸਵਿਚਾਂ A, B, C ਅਤੇ D ਨਾਲ ਕਨੈਕਟ ਕਰੋ। ਸੀਰੀਅਲ ਇਨਪੁੱਟ ਲਈ ਪਿਨ 1 ਨੂੰ ਇਨਪੁੱਟ ਟੌਗਲ ਸਵਿਚ ਨਾਲ ਕਨੈਕਟ ਕਰੋ। ਪਾਵਰ ਸਪਲਾਈ ਨੂੰ ਸਵਿਚ ਔਨ ਕਰੋ। ਮੋਡ ਕੰਟਰੋਲ ਇਨਪੁੱਟ ਤੇ ਲੌਜਿਕ 1 ਅਪਲਾਈ ਕਰੋ ਅਤੇ ਕਲੌਕ ਇਨਪੁੱਟ ਤੇ ਇੱਕ ਕਲੌਕ ਪਲੱਸ ਵੀ ਅਪਲਾਈ ਕਰੋ ਅਤੇ ਪੈਰਲਲ ਆਉਟਪੁੱਟ ਲੌਜਿਕ ਲੈਵਲ QA, QB, QC ਅਤੇ QD ਜੋ 0000 ਹੋਣਾ ਚਾਹੀਦਾ ਹੈ ਦਰਜ ਕਰੋ। ਲੌਜਿਕ 0 ਨੂੰ ਮੋਡ ਕੰਟਰੋਲ ਇਨਪੁੱਟ ਤੇ ਸੈੱਟ ਕਰੋ ਅਤੇ ਲੌਜਿਕ 1 ਨੂੰ ਸੀਰੀਅਲ ਇਨਪੁੱਟ ਤੇ ਸੈੱਟ ਕਰੋ। ਕਲੌਕ ਇਨਪੁੱਟ ਤੇ ਕਲੌਕ ਪਲਸ ਲਗਾਓ ਅਤੇ ਆਉਟਪੁੱਟ QA, QB, QC ਅਤੇ QD ਨਾਲ ਜੁੜੇ LEDs ਦੀ ਜਾਂਚ ਕਰੋ। ਸੀਰੀਅਲ ਇਨਪੁੱਟ 1 ਕਲੌਕ ਪਲਸ 1 ਆਉਟਪੁੱਟ 1000। Serial input 1 clock pulse 2 output 1100. Serial input 1 clock pulse 3 output 1110. Serial input 1 clock pulse 4 output 1111. ਹੁਣ ਸੀਰੀਅਲ ਇਨਪੁੱਟ ਤੇ ਲੌਜਿਕ 0 ਨੂੰ ਅਪਲਾਈ ਕਰੋ ਅਤੇ ਕਲੌਕ ਪਲਸ ਤੇ ਕਲੌਕ ਇਨਪੁੱਟ ਲਗਾਓ ਅਤੇ ਆਉਟਪੁੱਟ QA, QB, QC ਅਤੇ QD ਨਾਲ ਜੁੜੇ LEDs ਦੀ ਜਾਂਚ ਕਰੋ। ਸੀਰੀਅਲ ਇਨਪੁੱਟ 0 ਕਲੌਕ ਪਲਸ 1 ਆਉਟਪੁੱਟ 0111। ਸੀਰੀਅਲ ਇਨਪੁੱਟ 0 ਕਲੌਕ ਪਲਸ 2 output 0011. Serial input 0 clock pulse 3 output 0001. Serial input 0 clock pulse 4 output 0000. ਇਸ ਤਰ੍ਹਾਂ ਅਸੀਂ IC74LS95 ਦੀ ਵਰਤੋਂ ਕਰਕੇ 4-bit SIPO ਰਜਿਸਟਰ ਤਿਆਰ ਕਰ ਲਿਆ ਹੈ ਅਤੇ ਇਸ ਦੀ ਟਰੁਥ ਟੇਬਲ ਨਾਲ ਜਾਂਚ ਕਰ ਲਈ ਹੈ। ਉਮੀਦ ਹੈ ਕਿ ਤੁਸੀਂ ਹੁਣ IC74LS95 ਦੀ ਵਰਤੋਂ ਕਰਕੇ 4-bit SIPO ਰਜਿਸਟਰ ਬਣਾਉਣ ਅਤੇ ਸੀਰੀਅਲ ਇਨਪੁੱਟ ਪੈਰਲਲ ਆਉਟਪੁੱਟ ਟੈਸਟ ਕਰਨਾ ਸਿੱਖ ਗਏ ਹੋਵੋਗੇ। ਇਸ ਦੇ ਨਾਲ 4-bit SIPO ਸੀਰੀਅਲ ਇਨਪੁੱਟ ਪੈਰਲਲ ਆਉਟਪੁੱਟ ਰਜਿਸਟਰ ਦੇ ਨਿਰਮਾਣ ਅਤੇ ਟੈਸਟਿੰਗ ਬਾਰੇ ਇਹ ਸੈਸ਼ਨ ਖਤਮ ਹੁੰਦਾ ਹੈ।